ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿ ਨਿਰਮਲ ਕਰਨੀ। ਸਾਧ ਸੰਗਤ ਕੇ ਅੰਚਲ ਲਾਉ, ਬਿਖਮ ਨਦੀ ਜਾਏ ਤਰਨੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਚੌਥਾ। ਹਰ ਪਹਿਲੜੀ ਲਾਉ, ਪ੍ਰਵਿਰਤੀ ਕਰਮ ਦਿਰੜਾਇਆ ਬਲਰਾਮ ਜੀਓ। ਹਰ ਪਹਿਲੜੀ ਲਾਉ, ਪ੍ਰਵਿਰਤੀ ਕਰਮ ਦਿਰੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਧਰਮ ਦ੍ਰਿੜੋ ਹਰ ਨਾਮ ਤੇ ਹਾਵੋ, ਸਿਮ੍ਰਿਤ ਨਾਮ ਦਿਰੜਾਇਆ। ਸਤਿਗੁਰ ਗੁਰਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਸਹਿਜ ਆਨੰਦ ਹੋਆ ਵੱਡ ਭਾਗੀ, ਮਨ ਹਰ ਹਰ ਮੀਠਾ ਲਾਇਆ। ਜਨ ਕਹੈ ਨਾਨਕ ਲਾਮ ਪਹਿਲੀ, ਆਰੰਭ ਕਾਜ ਰਚਾਇਆ। ਸਹਿਜ ਆਨੰਦ ਹੋਆ ਵੱਡ ਭਾਗੀ, ਮਨ ਹਰ ਹਰ ਮੀਠਾ ਲਾਇਆ। ਜਨ ਕਹੈ ਨਾਨਕ ਲਾਮ ਪਹਿਲੀ, ਆਰੰਭ ਕਾਜ ਰਚਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਮਿਹਰਾਮਤ, ਸ਼ਾਮ ਸਮੇਂ ਸਤਸੰਗਤ ਦਾ ਸਮਾਂ ਅਸੀਂ ਮਾਣ ਪਾ ਰਹੇ ਹਾਂ। ਲੜੀਵਾਰ ਗੁਰਬਾਣੀ ਵਿਆਖਿਆ ਵਿੱਚ ਸੂਹੀ ਰਾਗ ਵਿਚਾਰ ਗੋਚਰੇ ਹੈ। ਮਹਲਾ ਚੌਥਾ ਗੁਰੂ ਰਾਮਦਾਸ ਸਾਹਿਬ ਜੀ ਦੀ ਇਹ ਪਾਵਨ ਰਚਨਾ, ਖਾਸ ਕਰਕੇ ਸਾਡੇ ਵਿਵਾਹ ਸੰਸਕਾਰ ਦੇ ਨਾਲ ਜੋ ਬਾਣੀ ਮੁੱਖ ਰੂਪ ਵਿੱਚ ਜੁੜੀ ਹੈ, ਜਿਹਦੇ ਨਾਲ ਸਾਡੇ ਵਿਵਾਹ ਸੰਸਕਾਰ ਦੀ ਸੰਪੂਰਨਤਾ ਹੁੰਦੀ ਹੈ, ਉਹ ਇਹ ਬਚਨ ਉਛੰਤ ਰੂਪ ਹੈ ਸਾਡੇ ਸਾਹਮਣੇ। ਇਸ ਨੂੰ ਅਸੀਂ ਜ਼ਿਆਦਾਤਰ ਲਾਵਾਂ ਦਾ ਪਾਠ ਕਹਿ ਕੇ ਸੰਬੋਧਿਤ ਕਰਦੇ ਹਾਂ, ਹਾਲਾਂਕਿ ਸਿਰਨਾਵਾਂ ਨਹੀਂ ਹੈਗਾ ਇਹਦੇ 'ਤੇ। ਬਟ ਇਨ ਜਨਰਲ ਜਦੋਂ ਅਸੀਂ ਗੱਲ ਕਰੀਏ, when we talk about this ਬਾਣੀ, we have kind of state of mind that yes, this is ਲਾਵਾਂ's part। ਬੀਤੇ ਕੱਲ ਇਹਦੇ ਬਾਬਤ ਕੁਝ ਬੁਨਿਆਦੀ ਵਿਚਾਰਾਂ ਮੈਂ ਕੀਤੀਆਂ ਸੀ। ਅੱਜ ਯਤਨ ਕਰਾਂਗੇ ਕਿ ਸਮੁੱਚੀ ਜੋ ਇਹ ਪਦਾ ਹੈ, ਇਹਦੀ ਵਿਆਖਿਆ ਹੋ ਸਕੇ। ਸਭ ਜ਼ਿਕਰ ਕਰਦੇ ਹਰ ਪਹਿਲੜੀ ਲਾਮ, ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਪ੍ਰਵਿਰਤੀ ਕੰਪੈਰੇਟਿਵ ਲੈਵਲ 'ਤੇ ਨਿਰਵਿਰਤੀ ਦੇ ਨਾਲ ਡਿਸਕਸ ਕੀਤਿਆਂ ਐਕਸਪਲੇਨ ਕਰਨ ਦੀ ਬਾਤ ਹੋਈ ਸੀਗੀ। ਇਹਦੇ 'ਚ ਇਹ ਹੈ ਕਿ ਪ੍ਰਵਿਰਤੀ ਇਟ ਸੈਲਫ ਬੜਾ ਵਾਸਟ ਸਬਜੈਕਟ ਆ। ਪ੍ਰਵਿਰਤ ਹੋਣ ਦਾ ਮਾਇਨਾ ਇਹ ਹੈ ਕਿ ਜਦੋਂ
ਮੈਚਿਓਰਿਟੀ ਆ ਗਈ, ਫਿਜ਼ੀਕਲੀ, ਮੈਂਟਲੀ। ਇਮੈਚਿਓਰ ਲੈਵਲ ਤੋਂ ਮੈਚਿਓਰ ਲੈਵਲ 'ਤੇ ਆ ਗਏ। ਸਾਡੇ ਰਹਿਤਨਾਮਿਆਂ 'ਚ ਲਿਖਿਆ ਆ, ਜਦੋਂ ਬੱਚਾ ਅਤੇ ਬੱਚੀ ਸਰੀਰਕ ਅਤੇ ਮਾਨਸਿਕ ਤੌਰ 'ਤੇ ਗ੍ਰਸਤ ਜੀਵਨ ਨੂੰ ਸੰਭਾਲਣ ਦੇ ਕਾਬਲ ਹੋ ਜਾਣ, ਜ਼ਿੰਮੇਵਾਰੀ ਲੈਣ ਦੇ ਕਾਬਲ ਹੋ ਜਾਣ, ਉਦੋਂ ਮਾਂ ਬਾਪ ਚੰਗਾ ਬੇਟਾ ਜਾਂ ਬੇਟੀ ਜੋ ਲੱਭ ਕੇ ਉਹਦਾ ਵਿਵਾਹ ਜੋ ਹੈ ਸੰਪੰਨ ਕਰਨ। ਇਹ ਬਾਤ ਆ। ਸੋ ਇਹ ਪ੍ਰਵਿਰਤੀ ਇੱਕ ਸਟੇਜ ਆ ਜਿੱਥੇ ਜਾ ਕੇ ਫਿਜ਼ੀਕਲੀ, ਮੈਂਟਲੀ ਪ੍ਰੈਪਰੇਸ਼ਨ ਹੁੰਦੀ ਹੈ। ਇਹਦੇ ਪਿੱਛੇ ਬਚਪਨਾ ਆ, ਇਹਦੇ ਅੱਗੇ ਪਾਸੇ ਜੋ ਬਣਿਆ। ਸੋ ਇਹ ਉਹ ਰੂਪ ਆ। ਇਟਸ ਏ ਟ੍ਰਾਂਜੀਸ਼ਨਲ ਪੀਰੀਅਡ ਐਕਚੁਅਲੀ, ਆਈ ਸ਼ੁੱਡ ਸੇ। ਇਸ ਟ੍ਰਾਂਜੀਸ਼ਨਲ ਪੀਰੀਅਡ ਦੇ ਵਿੱਚ ਬਚਪਨ ਆ, ਬਚਪਨ ਡਿਸਿਪਲਿਨਡ ਹੋਏ, ਅਨੁਸ਼ਾਸਿਤ ਹੋਏ, ਬੜਾ ਚੰਗਾ ਆ। ਪਰ ਫਿਰ ਵੀ ਬਚਪਨ ਦੇ ਵਿੱਚ ਥੋੜ੍ਹਾ ਬਹੁਤਾ ਅਨਡਿਸਿਪਲਿਨਡ ਹੋ ਜਾਣਾ, ਇਹ ਸਭ ਚੀਜ਼ਾਂ ਕਿਤੇ ਨਾ ਕਿਤੇ ਐਕਸੈਪਟੇਬਲ ਹੋ ਜਾਂਦੀਆਂ ਨੇ। ਬੱਚਾ ਆ, ਗਲਤੀ ਹੋ ਗਈ, ਬਾਲ ਆ, ਇਸ ਰੂਪ ਵਿੱਚ ਅਸੀਂ ਕਹਿ ਦਿੰਦੇ ਹਾਂ। ਪਰ ਜਦੋਂ ਇੱਕ ਸਟੇਜ ਆ ਗਈ ਜਿੱਥੇ ਰਿਸਪੋਂਸੀਬਿਲਿਟੀ ਬਿਲਕੁਲ ਸਾਹਮਣੇ ਆ, ਉੱਥੇ ਫਿਰ ਇਹਦੀ ਕੋਈ ਰੂਮ ਨਹੀਂ ਰਹਿ ਜਾਂਦਾ ਇਹਦੇ ਵਾਸਤੇ, ਉਹਦੀ ਥਾਂ ਨਹੀਂ ਰਹਿ ਜਾਂਦੀ। ਸੋ ਇਸ ਕਰਕੇ ਗੁਰੂ ਬਾਬਾ ਜੀ ਨੇ ਸਲਾਵਾਂ ਦੇ ਪਾਠ ਦੇ ਵਿੱਚ ਬੜੀਆਂ ਡਾਇਰੈਕਟ ਹਿਦਾਇਤਾਂ ਕੀਤੀਆਂ। ਫਿਰ ਇੱਕ ਚੀਜ਼ ਹੋਰ ਦੇਖਣੀ, ਇਹ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿੱਥੇ ਦੀਨ ਦਾ ਤੋਸਾ ਸਾਨੂੰ ਬਖਸ਼ਦੀ ਹੈ, ਸਪਿਰਿਚੁਅਲ ਸਾਈਡ ਤੋਂ ਸਾਨੂੰ ਹਾਇਰ ਲੈਵਲ 'ਤੇ ਸਾਡੀ ਅਪਲਿਫਟਿੰਗ ਕਰਦੀ ਹੈ, ਉੱਥੇ ਗੁਰੂ ਸਾਹਿਬ ਜਿਹੜੀ ਦੁਨੀ ਹੈ ਇਹਨੂੰ ਵੀ ਸਵਾਰਦੀ ਹੈ। ਜੇ ਦੁਨੀ ਸਵਰੇਗੀ, ਜੇ if we know how to live in this world, if we are able to tackle the situation which is here and now, then definitely the future, the afterlife, whatever you can say, you can think, you can anticipate, yes, something good will come toward me. ਪਰ ਜੇ ਆਹੀ ਦੁਨੀਆ ਵਿਗੜ ਗਈ, ਅਗਲੀ ਦੁਨੀਆ ਉਹ ਤੇ ਫਿਰ ਕਿਸ ਤਰੀਕੇ ਨਾਲ ਸਵਾਰ ਲਵਾਂਗੇ। ਤੇ ਇਹ ਦੁਨੀਆ ਕਿਹੜੀ ਹੈ ਜਿਹਦੇ 'ਚ ਸਭ ਤੋਂ ਵੱਡੀ ਬਾਤ ਹੈ, ਜਿਹਨੂੰ ਕਹਿ ਲਓ ਪਰਿਵਾਰਕ ਜ਼ਿੰਦਗੀ ਜੀਣੀ, ਫੈਮਿਲੀ ਲਾਈਫ, ਜਿਹਦਾ ਬੇਸ ਮੈਰਿਡ ਲਾਈਫ ਆ। ਸੋ ਇਹ ਪ੍ਰਵਿਰਤੀ ਨੂੰ ਜ਼ਰੂਰ ਸਮਝਿਆ ਜਾਏ। ਪ੍ਰਵਿਰਤੀ ਦੇ ਵਿੱਚ ਰਿਸਪੋਂਸਿਬਿਲਿਟੀ ਹੈ। ਪਹਿਲੀ ਰਿਸਪੋਂਸਿਬਿਲਿਟੀ ਇਹ ਹੈ, the individual who is ready to contribute something in this world. ਉਹ ਕੰਟਰੀਬਿਊਸ਼ਨ ਜਿਹੜਾ ਕਰਨਾ ਉਸਨੇ, ਉਹ ਕਈ ਰੂਪਾਂ ਦੇ ਵਿੱਚ ਆ। ਸਭ ਤੋਂ ਪਹਿਲੀ ਬਾਤ ਕਿਰਤੀ ਹੋਣਾ। ਕੁਝ ਆਪਣੇ ਪਰਸ ਨੂੰ ਅਰਨ ਕਰਨ ਦੀ ਸਮਰੱਥਾ ਹੋਏ, ਆਪਣੇ ਆਪੇ ਦਾ ਬੋਝ ਚੁੱਕਣ ਦੀ ਸਮਰੱਥਾ ਹੋਏ। ਫਿਰ ਇਕੱਲੇ ਆਪਣੇ ਆਪੇ ਦੀ ਨਹੀਂ, ਆਪਣੇ ਪਰਿਵਾਰ ਦੀ, ਆਪਣੇ ਸਮਾਜ ਦੇ ਵਿੱਚ। ਇਹ ਜਿਹੜੀ ਚੀਜ਼ ਆ ਧਰਮ, ਇਹ ਹੈ। ਅੱਗੇ ਧਰਮ ਦੀ ਸਾਰੀ ਬਾਤ ਹੋਣੀ ਹੈ, ਪ੍ਰਵਿਰਤੀ ਇੱਥੋਂ ਸ਼ੁਰੂ ਹੁੰਦੀ ਹੈ। ਫਿਰ ਇਹ ਹੈ ਕਿ ਪ੍ਰਵਿਰਤੀ ਅਜੇ ਤੱਕ ਕੀ ਹੁੰਦਾ, ਬਚਪਨ ਦੇ ਵਿੱਚ ਕੀ ਹੈ ਕਿ ਸਾਰੇ ਆਲੇ ਦੁਆਲਿਓ ਬਚਪਨ ਨੂੰ ਸਪੋਰਟ ਦਿੰਦੇ ਨੇ, ਬਚਪਨ ਨੂੰ ਸੰਭਾਲਦੇ ਨੇ। ਬੱਚਾ ਹਮੇਸ਼ਾ ਫਸਟ ਹੁੰਦਾ। ਤੁਸੀਂ ਏਅਰਲਾਈਨ 'ਤੇ ਟਰੈਵਲ ਕਰਦੇ ਹੋ, ਦੇਖਿਆ ਹੋਏਗਾ ਜਿਹਦੇ ਬੱਚੇ ਨੇ, ਉਹਨਾਂ ਦੇ ਸਦਕਾ ਜਿਨ੍ਹਾਂ ਦੇ ਕੋਲ ਬੱਚੇ ਨੇ, ਉਹਨਾਂ ਨੂੰ ਵੀ ਪ੍ਰਾਇਓਰਟੀ ਦਿੱਤੀ ਜਾਂਦੀ ਹੈ। ਤੁਸੀਂ ਬੋਰਡਿੰਗ ਪਹਿਲਾਂ ਕਰ ਲਓ, ਕਿਤੇ ਹੋਏ, ਮਤਲਬ ਬੱਚੇ ਨੂੰ ਪ੍ਰਾਇਓਰਟੀ ਹੈ ਲਗਾਤਾਰ ਉਸ ਰੂਪ ਦੇ ਵਿੱਚ। ਇਹ ਸਭ ਕੁਝ ਕਰਦਿਆਂ ਕਰਦਿਆਂ ਇੱਕ ਲੈਵਲ ਆ ਗਿਆ। ਹੁਣ ਇਹ ਹੈ, ਹੁਣ ਉਹ ਸਟੇਜ ਹੈ ਜਿਹਦੇ ਵਿੱਚ ਆਪਣੇ ਆਪ ਨੂੰ ਸੈਕੰਡਰੀ ਰੱਖਣਾ ਆ, ਦੂਜਿਆਂ ਨੂੰ ਪ੍ਰਾਇਓਰਟੀ ਦੇਣੀ ਹੈ। ਹੁਣ ਇਹ ਜਿਹੜੀ ਟ੍ਰਾਂਜੀਸ਼ਨਲ ਹੈਗੀ ਏ, ਇਹਦੇ ਲਈ ਤਿਆਰੀ ਹੋਣੀ ਚਾਹੀਦੀ ਹੈ। ਜੇ ਬੰਦਾ ਆਪਣਾ ਹੀ ਰੋਣਾ ਰੋਂਦਾ ਰਹੇਗਾ, ਜਿਵੇਂ ਕਈ ਵਾਰ ਹੋ ਜਾਂਦਾ ਹੈ ਵਿਆਹੇ ਹੋਏ ਜੋੜਿਆਂ ਨੂੰ, ਲੋਕੀ ਮੈਂ ਖੁਦ ਕਹਿੰਦੇ ਸੁਣਿਆ ਆ, ਇਹ ਲੋਕੀ ਕਹਿੰਦੇ ਗੱਲਾਂ, ਇਹ ਬੱਚੇ ਨੇ ਜੀ ਲੜ ਪਏ ਨੇ ਆਪਸ ਵਿੱਚ। ਵਾਟ?
प्रवृत्ति कर्म दृढ़ाया इन्होंने, अजे भी मैच्योर ने, इन्होंने ये नहीं पता मैच्योरिटी की होंदी है। हुण ते परिवार ने, समाज ने, आले दुआले ने उस चीज़ की इन्हों तो डिमांड करनी हो तो तवक्को आ, अनएक्सैप्टेबल आ। इत्थे जिहड़ी बात आ रही है तो चेते रखिया जे अजे किसी च बचपना आ ना, बाणी का बचन कदी जहन विचों लामे नहीं करना, नाल अयाणे दोस्ती कदे ना आवे रास। वो रास किवें बनेगी, वो किसी दे राह दा पांधी किवें बनेगा, वो किसी दे राह दा हमदर्द हमराही किवें बनेगा, हम सफर किवें बनेगा, जिहड़ा अयाणा आ मैच्योरिटी होए। कई बार किसी न्याणे तो एक दी गल चंगी हो जाती है, पर साहब कहते दूजी पीवे रास, दूजी दस दिंदी है कि किसी काम दी नहीं है। बाणी ने क्या, पहला वस्त सिंजान कै तां कीचै व्यापार, सुन मुंदे हरनाखीए गूढ़ा वैन अपार। वो हरनाखी जीवात्मा काले पै जाते सी, क्योंकि हारमोन्स लीड करते, मैं तो ये बिना रह ही नहीं सकता, ये मेरे बिना नहीं रह सकता। ब्याह इत्थों ही हुंदा है। मापियां नूं लगदा नहीं नहीं आ बड़ा कमाल दा है इस तरीके, सब कहते पहला परख ते लो की प्रवृत्ति दी उस रिस्पोंसिबिलिटी उस लैवल ते वो तैयार है, वो सोझी है, उन्होंने की रिस्पोंसिबिलिटी लैन लगे। सॉरी टू से मैं कई बारी जदों विआह की व्याख्या करता है ना, बाणी के आशे मुताबक जिन्नी क सोझी है वो अकॉर्डिंगली जो बात कहा, तो विआह जिहड़ा आ इनू इस तरह जानना, थोड़ा मैं पछोकड़ च बात लै आवां। देयर आर टू वेज टू इनकॉर्पोरेट न्यू मैंबर्स इन आवर फैमिलीज। दिस इज ए यूनिवर्सल लॉ, यू कैन से। द वन इज Mother Nature blesses new lives, such as new babies, newborn. ਅਸੀਂ ਇਸ ਤਰੀਕੇ ਨਾਲ ਨਵਾਂ ਜੀਵਨ ਪ੍ਰਾਪਤ ਕਰਦੇ ਹਾਂ, ਪਰਿਵਾਰਾਂ ਦੇ ਵਿੱਚ, ਸਾਡੇ ਪਰਿਵਾਰਾਂ 'ਚ ਇਜ਼ਾਫਾ ਹੁੰਦਾ ਹੈ। ਵਧੀ ਵੇਲ ਬਹੁ ਪੀੜੀ ਚਾਲੀ, ਪੀੜੀ ਅੱਗੇ ਐਵੇਂ ਚੱਲਦੀ ਨਾ, ਵੇਦ ਵੱਲ ਵੇਲ ਵੱਧਦੀ, ਨਵੇਂ ਪੱਤੇ ਨਿਕਲਦੇ ਵਿੱਚੋਂ। ਤੁਸੀਂ ਦੇਖਿਆ ਹੋਏਗਾ ਕਿ people always welcome them, raise them, enjoy them, always. And what they use as a word, especially in this culture, we have been blessed with the new baby girl, with the new baby boy. इस तरह होता है, bless, ये सानू bless होया है। That's the one way to incorporate new members in our families. Second way to incorporate new members in our families by commitment. ਉਹਦੇ ਵਿੱਚ commitment ਕੀਤਾ ਜਾਂਦਾ ਹੈ। To individual make some kind of commitment. Yes, ਅਸੀਂ ਤੈਨੂੰ ਐਜ਼ ਏ ਆਪਣਾ ਫੈਮਿਲੀ ਮੈਂਬਰ ਐਕਸੈਪਟ ਕਰਦੇ ਹਾਂ, ਤੁਸੀਂ ਮੈਨੂੰ ਐਜ਼ ਏ ਫੈਮਿਲੀ ਮੈਂਬਰ ਐਕਸੈਪਟ ਕਰਦੇ ਹੋ। ਇਹ ਰਿਸ਼ਤਾ ਇਸ ਤਰ੍ਹਾਂ ਹੈ। ਤੇ ਇਹਦੇ ਬਾਬਤ ਇਹ ਹੈ, ਉੱਥੇ ਕੀ ਹੁੰਦਾ ਹੈ, have you ever seen anybody, rarely you might have somewhere seen that any parent is saying, or any parents actually are saying, I'm doubtful, I don't know, I should continue my relationship with my kids or not, or I should redo it, or I should undo it. No, why? Because that is bliss. I cannot do it. ਜਦੋਂ ਕਿਤੇ ਕਮਿਟਮੈਂਟ ਦੀ ਗੱਲ ਆਉਂਦੀ ਹੈ, ਤੁਸੀਂ ਹਜ਼ਾਰਾਂ ਵਾਰੀ ਗੱਲ ਸੁਣੀ ਹੋਣੀ ਹੈ, ਦੋਈ ਕਹਿੰਦੇ ਨੇ, I think I cannot take it anymore, so I have to undo it. ਆ ਜਿਹੜੀ ਚੀਜ਼ ਆ, I have to redo it. What is this? ਇਹਦਾ ਮਤਲਬ ਮੈਚਿਓਰਿਟੀ, ਪ੍ਰਵਿਰਤੀ। ਜ਼ਿੰਦਗੀ ਰੱਬ ਦੀ ਦਾਤ ਹੈ, ਪਰ ਜੇ ਦੀ ਦਾਤ ਦੀ ਸਮਝ ਹੋਏ ਤੇ ਲੋਕੀ ਸਫਰ ਇਸ ਕਰਕੇ ਨਹੀਂ ਕਰਦੇ ਕਿ ਕੁਦਰਤ ਸਾਨੂੰ ਪਨਿਸ਼ ਕਰਦੀ ਹੈ, ਲੋਕੀ ਸਫਰ ਇਸ ਕਰਕੇ ਕਰਦੇ ਨੇ ਕਿਉਂਕਿ ਸਾਨੂੰ ਜਿਉਣਾ ਨਹੀਂ ਆਉਂਦਾ। Suffering
is happening due to one reason, because we don't know how to live our own life. ਜਿਹੜੀ ਤਰਜ਼ੇ ਜ਼ਿੰਦਗੀ ਹੈ ਤੇ ਇਹਦੇ 'ਚ ਸਭ ਤੋਂ ਵੱਡੀ ਗੱਲ ਹੈ ਰਿਲੇਸ਼ਨਸ਼ਿਪ ਡੀਲਿੰਗ ਜਿਹੜੀ ਹੈ ਇਹ ਤਾਂ ਬੜੀ ਵੱਡੀ ਚੀਜ਼ ਹੈ। ਬੰਦੇ ਨੂੰ ਡੀਲ ਕਰਨਾ ਹੀ ਨਹੀਂ ਆਉਂਦਾ, ਨਾ ਆਪਣੇ ਆਪ ਨਾਲ, ਨਾ ਪਰਿਵਾਰ ਨਾਲ। ਐਂਡ ਟੂ ਇੰਡੀਵਿਜੂਅਲਸ they have to live their lives on dependent each other in every moment of their lives. ਇਹਦੇ ਲਈ ਤਾਂ ਫਿਰ ਪ੍ਰਵਿਰਤੀ ਇਸ ਰੂਪ ਵਿੱਚ ਬਾਤ ਆ। ਸੋ ਸਭ ਕਹਿੰਦੇ ਇਹ ਤੇ ਫਿਰ ਚੋਇਸ ਨਹੀਂ ਹੈ, ਫਿਰ ਤਾਂ ਯੋਗੀ ਬੈਰਾਗੀ ਬਣ ਜਾਓ। ਗੁਰੂ ਬਾਬਾ ਜੀ ਕਹਿੰਦੇ ਨਹੀਂ ਨਹੀਂ, ਯੋਗੀ ਬੈਰਾਗੀ ਬਣਨਾ ਮਨੁੱਖ ਦਾ ਫਰਜ਼ ਨਹੀਂ ਗਾ। ਕੁਦਰਤ ਨੇ ਜੇ ਕੁਛ ਸਾਨੂੰ ਬਲਰਾਮ ਪਾਇਆ ਨਾ, ਬਲਰਾਮ ਦਾ ਮਾਇਨਾ ਹੀ ਇਹ ਹੈ। ਜੇ ਮਦਰ ਨੇਚਰ ਨੇ ਸਾਨੂੰ ਕੁਝ ਬਲੈਸ ਕੀਤਾ ਆ, ਮਦਰ ਨੇਚਰ ਹੈਜ਼ ਬਲੈਸਡ ਅਸ ਆਈਜ਼, ਐਂਡ ਆਈ ਐਮ ਥਿੰਕਿੰਗ no, there is no use for these eyes. Just close them and sit like that all the time. What? If there is no need to use it, why mother nature has blessed it to me? There is actually ears. Why mother nature has blessed it? ਦੇਖੋ ਨਾ ਤੁਸੀਂ, ਜਿਹੜੀ ਚੀਜ਼ ਮਦਰ ਨੇਚਰ ਨੇ ਬਲੈਸ ਕੀਤੀ ਹੈ, ਫॉर what? ਹਾਂ ਉਹਦਾ ਇਨਐਪਰੋਪ੍ਰੀਏਟ ਯੂਜ਼ ਨਾ ਹੋਏ, ਉਹਨੂੰ ਅਬਿਊਜ਼ ਨਾ ਕੀਤਾ ਜਾਏ। ਜੋ ਕੁਦਰਤ ਨੇ ਹੱਥ ਦਿੱਤੇ ਨੇ, ਪੈਰ ਦਿੱਤੇ ਨੇ, ਇੰਦਰੇ ਲਗਾਏ ਨੇ, ਇਹ ਤਾਂ ਇਹ ਰੋਲ ਆ ਸਾਰਾ ਮਦਰ ਨੇਚਰ ਦੀ ਸਲਾਹ ਦੇ ਵਿੱਚ। ਇਸੇ ਲਈ ਗੁਰਬਾਣੀ ਨੇ ਕਿਹਾ ਸੀਗਾ, ਬੜਾ ਕਲੀਅਰ ਹੈ ਬਿਲਕੁਲ। ਸਾਡੇ ਅੱਜ ਵੀ ਮਾਫੀ ਚਾਹਾਂਗਾ people who don't follow the path of marriage institution in our especially Indian society, and especially in Punjabi Samaj, still there people are saying ਇਹ ਤੇ ਸੰਤ ਆ ਜੀ। why? Bhangam ਕੀ ਕੀਤਾ ਇਹਨੇ? because he or she has renounced this world. what? he or she quit this marriage institution, that's why he or she is ਸੰਤ। ਅਸੀਂ ਤੁਸੀਂ ਤੇ ਮੰਨ ਲਵਾਂਗੇ, ਬਟ ਬਾਣੀ 'ਚ ਤੇ ਨਹੀਂ ਮੰਨਦੇ। ਬਾਬਾ ਜੀ ਤੇ ਕਹਿੰਦੇ ਸੱਚੀ ਗੱਲ ਆ। ਸਭ ਕਹਿੰਦੇ ਕਿ ਜੇ ਇਹੀ ਚੀਜ਼ ਆ ਕਿ ਸਿਰਫ ਘਰ ਛੱਡ ਕੇ ਬੰਦਾ ਜਿਹੜਾ ਆ ਉਹ ਸੰਤ ਬਣ ਗਿਆ, ਪਰਿਵਾਰ ਛੱਡ ਕੇ ਜਾਂ ਫੈਮਿਲੀ ਲਾਈਫ ਵਿੱਚ ਹੀ ਨਹੀਂ ਗਿਆ, ਤੇ ਸਭ ਮਹਾਰਾਜ ਕਹਿੰਦੇ ਕਿ ਜੇ ਗ੍ਰਸਤ ਦਾ ਤਿਆਗ ਕਰਕੇ, ਮਤਲਬ ਜੇ ਬੰਦਾ ਮੁਕਤ ਹੋ ਗਿਆ, ਤੇ ਫਿਰ ਸੱਚਾਈ ਬਾਬਾ ਕਬੀਰ ਜੀ ਦਾ ਬਚਨ ਉਹ ਕਹਿੰਦੇ ਵੀ ਖੁਸਰੇ ਕਿਉਂ ਨਾ ਪਰਮਗਤ ਪਾਈ। ਜਿਹਨੂੰ ਕੁਦਰਤ ਨੇ ਇਹ ਐਬਿਲਿਟੀ ਨਹੀਂ ਦਿੱਤੀ, ਇਹ ਬਾਲੀ ਨਹੀਂ ਦਿੱਤਾ, ਉਹ ਤੇ ਫਿਰ ਮੁਕਤ ਆ, ਉਹਨੂੰ ਤੇ ਸੈਲਵੇਸ਼ਨ ਮਿਲ ਗਈ ਆਲਰੇਡੀ। ਕਿਉਂਕਿ ਜੇ ਇਹੀ ਚੀਜ਼ ਹੈ ਨਾ ਕਿ ਪਰਿਵਾਰ ਛੱਡ ਕੇ, ਗ੍ਰਸਤ ਛੱਡ ਕੇ ਬੰਦਾ ਪਰਮਗਤ ਪਾ ਲਈ, ਉਹਨੇ ਜਿਹੜਾ ਹੈਗਾ ਉਹ ਕਹਿ ਗਿਆ ਵੀ ਹਾਂ ਵੀ ਮੈਨੂੰ ਗਤੀ ਮਿਲ ਗਈ। ਸਭ ਕਹਿੰਦੇ ਖੁਸਰੇ ਕਿਉਂ ਨਾ ਪਰਮਗਤ ਪਾਈ, ਉਹਨੂੰ ਕਿਉਂ ਨਾ ਮਿਲੀ? ਫਿਰ ਇਹ ਕੋਈ ਕ੍ਰਾਈਟੇਰੀਆ ਨਹੀਂ ਹੈਗਾ ਕਿ ਤੁਸੀਂ ਇਸ ਤਰੀਕੇ ਨਾਲ, ਇਹ ਤਾਂ ਪ੍ਰਵਿਰਤ ਹੋਣਾ ਹੈ, ਸਮਾਜ ਵਿੱਚ ਰਹਿਣਾ ਹੈ, ਆਪਣਾ ਰੋਲ ਅਦਾ ਕਰਨਾ ਹੈ ਪ੍ਰੋਪਰਲੀ। ਬਲ ਦਿੱਤਾ ਕੁਦਰਤ ਨੇ ਤੁਹਾਨੂੰ, ਮੈਚਿਓਰਿਟੀ ਹੋਣੀ ਚਾਹੀਦੀ ਇਹਦੇ ਲਈ ਸਿੰਸੀਅਰ ਹੋਵੋ, ਇਹਦੇ ਲਈ ਜੀਵਨ ਦੇ ਸੋਝੀ ਹੋਏ ਸਾਰੇ ਇਸ ਰੂਪ ਦੇ ਵਿੱਚ। ਸੋ ਇਹਦੀ ਬਾਤ ਗੁਰੂ ਰਾਮਦਾਸ ਸਾਹਿਬ ਕਰਦੇ, ਹਰ ਪਹਿਲੜੀ ਲਾਉ ਪ੍ਰਵਿਰਤੀ ਕਰਮ ਦੇ ਡਾਇਆ ਬਲਰਾਮ ਜੀਓ। ਹੁਣ ਜਿਹੜੀ ਅੱਗੇ ਗੱਲ ਆ ਰਹੀ ਹੈ, ਕਿਆ ਕਮਾਲ ਹੈ ਜੀ। ਇਸ ਬਾਣੀ ਤੋਂ ਸਦਕੇ ਜਾਈਏ, ਜੇ ਸਮਝ ਆ ਜਾਏ ਤੇ, ਸੌਰੀ ਟੂ ਸੇ, ਮੈਂ ਆਪਣੀ ਸੋਝੀ ਮੁਤਾਬਕ ਕਹਿ ਰਿਹਾ। ਸਾਡੇ ਪਿਛਲੇ ਸਮੇਂ ਦਾ ਚੱਲਣ ਇਹ ਹੈ ਕਿ ਲੈਟਸ ਡੂ ਡੈਸਟੀਨੇਸ਼ਨ ਵੈਡਿੰਗਸ, ਲੈਟਸ ਡੂ ਸਮ ਕਾਈਂਡ ਆਫ ਫੈਟ ਵੈਡਿੰਗ, ਸਮ ਕਾਈਂਡ ਆਫ ਜਿਹੜੀ ਹੈਗੀ ਆਪਣੀ ਕੋਈ ਗਲੈਮਰਫੁਲ ਵੈਡਿੰਗਸ। ਇਹਦੇ ਉੱਤੇ ਬੜਾ ਫੋਕਸ ਕਰਦੇ ਲੋਕੀ ਬਹੁਤ ਜ਼ਿਆਦਾ, ਤੇ ਸੋਚਿਆ ਜਾਂਦਾ ਕਿ ਸ਼ਾਇਦ ਇਹਦੇ ਨਾਲ ਜਿਹੜਾ ਆ ਵਿਆਹ ਬਹੁਤ ਖੁਸ਼ਨੁਮਾ ਹੋਏਗਾ, ਬੜਾ ਉਸ ਰੂਪ ਵਿੱਚ ਹੋਏਗਾ। ਫਿਰ ਇਹਦੇ 'ਚ ਇਕੱਲਾ ਇਹ ਨਹੀਂ, ਜੇ ਤੁਸੀਂ ਹੋਰ ਬਰੀਕੀ ਚਲੇ ਜਾਓ ਤੇ ਇਹਦੇ 'ਚ ਵੀ ਗਿਆ ਕਿ ਵਿਆਹ ਕਰਾਉਣ ਦਾ ਢੰਗ, ਜਿਵੇਂ ਪਿਛਲੇ ਸ਼ਬਦ 'ਚ ਅਸੀਂ ਮਹੂਰਤ ਦੀ ਗੱਲ ਕੀਤੀ ਸੀ, ਸਪੈਸ਼ਲ ਕੋਈ ਮਹੂਰਤ ਹੋਏਗਾ, ਕੋਈ ਸਪੈਸ਼ਲ ਸਮਾਂ ਹੋਏਗਾ, ਕੋਈ ਸਪੈਸ਼ਲ ਕਿਸੇ ਟ੍ਰੈਡੀਸ਼ਨ ਨੂੰ ਫੋਲੋ ਕਰਦਿਆਂ ਹੋਇਆ, ਕਿਸੇ ਖਾਸ ਰੀਤੀ ਰਿਵਾਜ ਨੂੰ ਫੋਲੋ ਕਰਦਿਆਂ ਹੋਇਆਂ ਜੇ ਅਸੀਂ ਵਿਆਹ ਦੇ ਬੰਧਨ 'ਚ ਬੱਝਾਂਗੇ, ਉਹ ਬਹੁਤ ਕਮਾਲ ਦਾ ਹੋਏਗਾ। ਮੈਂ ਕਿਹਾ ਸੀ, ਬੀਤੇ ਕੱਲ ਵੀ ਕਹਿ ਰਿਹਾ ਸੀਗਾ, ਆਈ ਹੈਵ tons of stories
from different kind of marriage functions, marriage actually ceremonies. If I try to tell here, then I might keep on explaining for years and years. It won't stop at all. But there are few, मैं जी बात कर रहे थे, मैं किसी गुरुद्वारे ਦੇ ਬਾਹਰ ਵਾਲੇ ਵਿਵਾਹ ਸ਼ਾਮਲ ਨਹੀਂ ਹੁੰਦਾ। ਇੱਕ ਨਿਯਮ ਬਣਾਇਆ ਕਿਉਂਕਿ ਇਹ ਹੁਕਮ ਵੀ ਹੈ ਸਾਨੂੰ ਕਿ ਵਿਆਹ ਗੁਰਦੁਆਰੇ 'ਚ ਹੋਏ। ਇੱਥੇ ਮਰਿਆਦਾ ਫੋਲੋ ਕਰਾਉਣੀ ਬੜੀ ਹਾਰਡ ਆ, ਉਸ ਸੰਸਕਾਰ ਨੂੰ ਸੰਭਾਲਣਾ। ਜਿੱਥੇ ਗੁਰਦੁਆਰੇ ਦੀ ਹਾਜ਼ਰੀ ਨਹੀਂ ਉੱਥੇ ਕੀ ਹਾਲ ਹੋਏਗਾ, ਸੋਚ ਕੇ ਦੇਖੋ ਆਪ। ਸਮਹਾਓ ਕਾਫੀ ਸਾਲ ਪਹਿਲਾਂ ਦੀ ਗੱਲ ਹੈ, ਇੱਕ ਵਾਰੀ ਮੈਂ ਕਿਤੇ ਸਟਕ ਹੋ ਗਿਆ, ਮੈਂ ਲਿਟਰਲੀ ਤੌਰ 'ਤੇ ਵਰਡ ਕਹਿ ਰਿਹਾ, ਕੁਝ ਐਸੀ ਬਾਤ ਬਣੀ, ਮੈਂ ਕਿਸੇ ਤਰੀਕੇ ਦੇ ਨਾਲ ਟਰੈਪ ਹੋ ਗਿਆ ਉੱਥੇ। ਆਈ ਹੈਵ ਟੂ ਸਟੇ ਦੇਅਰ। ਉੱਥੇ ਬਾਤ ਇਸ ਕਿਸਮ ਦੀ ਹੋ ਗਈ ਅਤੇ ਉਹਦੇ 'ਚ ਹੋਇਆ ਇਹ ਕਿ ਹੋ ਰਿਹਾ ਉੱਥੇ ਬੜੀ ਐਫਰਟ ਪਾਈ, ਜਿੰਨਾ ਕਹਿ ਸਕਦੇ ਸੀ ਭਾਈ। ਕੁਝ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ, ਇੱਕ ਗੁਰਬਾਣੀ ਦਾ ਗਾਇਨ ਆ, ਪਠਨ ਪਾਠਨ ਆ, ਸਭ ਭਈ ਧਿਆਨ ਦਿਓ। ਕੁਛ ਇਹ ਕਹਿ ਸਕਦਾ ਕਿ 10-15-20% ਕੁਝ ਠੀਕ ਹੋਇਆ, ਬਾਕੀ ਸਭ ਕੁਛ ਉਸੇ ਤਰ੍ਹਾਂ ਚੱਲ ਰਿਹਾ। ਮਨ ਬੜਾ ਖਰਾਬ ਹੈ, ਉਦਾਸ ਹੈ, ਕੀ ਹੋ ਰਿਹਾ। ਪ੍ਰਕਾਸ਼ ਹੋਇਆ ਆ ਖੁੱਲ੍ਹੇ ਗਰਾਊਂਡ ਦੇ ਵਿੱਚ ਇਸ ਤਰੀਕੇ ਦੇ ਨਾਲ, 4 ਚੁਫੇਰੇ ਲੋਕ ਆਪਣੇ ਮਜ਼ਮੇਕਾਰੀ ਲਗਾ ਰਹੇ ਨੇ, ਚੇਅਰਾਂ ਲੱਗੀਆਂ ਨੇ ਉੱਥੇ, ਮਤਲਬ ਸਾਰਾ 4 ਚੁਫੇਰੇ, ਕੋਈ ਹੈ ਨਹੀਂ ਭਾਵ। ਲੜਕਾ ਲੜਕੀ ਉਹਨਾਂ ਨੂੰ ਬੁਲਾਇਆ ਜਾ ਰਿਹਾ, ਰਾਗੀ ਆਪਣੇ ਸ਼ਬਦ, ਮਤਲਬ ਅਜੀਬ ਹਾਲਤ ਹੈ ਸਾਰੀ, ਇੱਕ ਅਜੀਬ ਸਾਰਾ ਕੇਓਸ ਸਾਰਾ ਚੱਲ ਰਿਹਾ। ਖੈਰ ਉਹ ਥੋੜ੍ਹਾ ਬਹੁਤਾ ਕਹਿ ਕਹਾ ਕੇ ਉੱਥੇ ਲੜਕਾ ਆ ਗਿਆ, ਉਹ ਕਲਗੀ ਸੇਰੇ ਸਭ ਲੱਗੇ ਨੇ, ਸਭ ਕੁਛ ਹੋਇਆ ਉਸ ਤਰੀਕੇ ਦੇ ਨਾਲ। ਹੋਰ ਕੋਈ ਮਰਿਆਦਾ ਕੋਈ ਫੋਲੋ ਨਹੀਂ ਹੋ ਰਹੀ, ਕੋਈ ਕੁਛ ਨਹੀਂ, ਪਤਾ ਵੀ ਨਹੀਂ, ਅਹਿਸਾਸ ਮੈਨੂੰ ਤੇ ਵੀ ਮਾਫੀ ਚਾਹਾਂਗੇ ਵੀ ਨਹੀਂ ਪਤਾ ਹੋਣਾ ਵੀ ਲੜਕਾ ਲੜਕੀ ਨੂੰ ਪਤਾ ਵੀ ਹੈ ਵੀ ਅਸੀਂ ਕੀ ਕਰ ਇੱਥੇ ਹੋਣਾ ਕੀ ਹੈ। ਜਦੋਂ ਖੈਰ ਉਹ ਬਾਤ ਹੋਈ ਤੇ ਉਹ ਰਾਗੀ ਸਾਹਿਬਾਨ ਜਿਹੜੇ ਸੀਗੇ ਉਹਨਾਂ ਨੇ ਕੁਝ ਯਤਨ ਕੀਤਾ, ਕੁਝ ਮੈਂ ਪ੍ਰੇਰਿਆ, ਕੁਝ ਆਪਣੇ ਤੌਰ ਤੇ ਉਹਨਾਂ ਨੇ ਕਿਹਾ ਕਿ ਭਾਈ ਆ ਜਿਹੜੀ ਇਹਨੇ ਸਿਰਾ ਵਗੈਰਾ ਕਲਗੀ ਵਗੈਰਾ ਗੱਲ ਕਹੀ ਹੈ, ਹਾਲਾਂਕਿ ਮਹਾਰਾਜ ਦੇ ਅੱਗੇ ਬੈਠਣ ਤੋਂ ਪਹਿਲਾਂ ਉਹਨੂੰ ਉਤਾਰ ਕੇ ਬਿਠਾਓ। ਉੱਥੇ ਬੈਠ ਗਿਆ, ਉਹ ਕਹਿੰਦੇ ਉਤਾਰੋ ਇਹਨੂੰ। ਉਹ ਖੈਰ ਉਤਾਰਨ ਵਾਸਤੇ ਪਤਾ ਨਹੀਂ ਕਿੰਨੇ ਕਿਸ ਤਰੀਕੇ ਨਾਲ ਜਕੜਬੰਦ ਲਗਾਏ ਹੋਣੇ ਇਹਨਾਂ ਨੇ, ਉਹ ਆ ਕੇ ਉਤਾਰ ਰਹੇ ਫੈਮਿਲੀ ਮੈਂਬਰ। ਜਦੋਂ ਫੈਮਿਲੀ ਮੈਂਬਰ ਉਤਾਰ ਰਹੇ, ਉਹ ਉਤਾਰ ਲਈ ਜਿਹੜੀ ਉਹ ਸਿਰਾ ਤੋਂ ਲੜੀਆਂ ਛੜੀਆਂ ਲਾਈਆਂ ਸੀਗੀਆਂ, ਉਹ ਬਾਏ ਚਾਂਸ ਐਵੇਂ ਉਤਾਰ ਕੇ ਉਹ ਜਿਹੜਾ ਸ਼ਖਸ ਆ ਉਹਨੇ ਥੱਲੇ ਰੱਖਤੀ। ਕਾਫੀ ਪਿੱਛੋਂ ਇੱਕ ਲੇਡੀ ਦੌੜ ਕੇ ਆਈ, ਮੈਂ ਦੇਖ ਰਿਹਾ, ਦੌੜ ਕੇ ਆਈ, ਨੱਠ ਕੇ ਆਈ, ਉਹ ਆ ਕੀ ਕੀਤਾ, ਚੱਕੋ ਇਹਨੂੰ, ਚੱਕੋ ਜੀ, ਚੱਕ ਲਿਆ। ਹੁਣ ਕੀ ਕੀਤਾ ਜਾਏ, ਉਹਦੀ ਭੈਣ ਨੂੰ ਬੁਲਾਓ, ਲੜਕੇ ਦੀ ਨੂੰ, ਉਹਨੂੰ ਬੁਲਾਇਆ ਗਿਆ ਜਲਦੀ। ਨਹੀਂ ਐਵੇਂ ਰੱਖਣਾ, ਉਹ ਬੋਲ ਵੀ ਰਹੀ ਹੈ ਨਾਲ, ਇਹਨੂੰ ਆਪਣੀ ਝੋਲੀ ਚ ਪਾ, ਦਾਮਨ ਚ ਪਾ, ਐਵੇਂ ਸੰਭਾਲ, ਅਪਸ਼ਗਨੀ ਹੋ ਜਾਏਗੀ ਸਾਰੇ। ਮੈਂ ਸੋਚ ਰਿਹਾ ਇਹਦੇ ਨਾਲ ਅਪਸ਼ਗਨੀ ਹੋ ਜਾਏਗੀ ਜੋ ਬਾਕੀ ਸਾਰਾ ਕੁਝ ਹੋ ਰਿਹਾ। ਮਤਲਬ ਸਾਨੂੰ ਅਹਿਸਾਸ ਨਹੀਂ। ਤੇ ਫਿਰ ਉਹਦੇ 'ਚ ਇਹ ਕਿਹਾ ਗਿਆ ਕਿ ਇਹ ਤੇ ਸੌਰੀ ਟੂ ਸੇ, ਜੇ ਇਹੋ ਜਿਹੇ ਸੁਪਰਸਟੀਸ਼ੀਅਸ ਬਿਲੀਵ ਸਿਸਟਮ ਵਿੱਚੋਂ ਲੋਕ ਆ ਰਹੇ ਨੇ, ਆਉਂਦੇ ਕੱਲ ਨੂੰ ਕੋਈ ਮਾੜੀ ਮੋਟੀ ਵੀ ਟਰਬਲ ਆਏਗੀ ਤਾਂ ਪਹਿਲਾਂ ਕਹਿਣਾ ਹਾਂ ਉਦੋਂ ਨਸਲ 'ਚ ਤੇ ਸਿਹਰੇ ਲਾਉਣ ਲੱਗੇ, ਸਿਹਰੇ ਪਾਉਣ ਲੱਗਿਆ, ਸਿਹਰੇ ਬੰਨਣ ਲੱਗਿਆ, ਅਪਸ਼ਗਨੀ ਹੋ ਗਈ। ਫਿਰ ਲੋਕਾਂ ਨੇ ਇਹੋ ਜਿਹੀਆਂ ਬਾਤਾਂ ਵੀ ਕਹੀਆਂ ਕਿ ਖਾਸ ਤਰ੍ਹਾਂ ਦੇ ਮੰਤਰ ਜਾਪ ਕਰਕੇ, ਖਾਸ ਤਰ੍ਹਾਂ ਦੀ ਗੱਲ ਕਰਕੇ ਵਿਆਹ ਕੀਤਾ ਜਾਏ, ਉਹ ਜ਼ਿਆਦਾ ਕਾਮਯਾਬ ਹੈ। ਖਾਸ ਮਹੂਰਤ ਦੇ ਵਿੱਚ, ਖਾਸ ਟ੍ਰੈਡੀਸ਼ਨ ਦੇ ਨਾਲ, ਖਾਸ ਰੀਤੀ ਰਿਵਾਜ ਦੇ ਨਾਲ। ਆ ਗੁਰੂ ਰਾਮਦਾਸ ਸਾਹਿਬ ਸਾਰਾ ਭੁਲੇਖਾ ਕੱਢਣ ਲੱਗੇ ਨੇ। ਮਹਾਰਾਜ ਕਹਿੰਦੇ ਜਿਹੜੀ ਪ੍ਰਵਿਰਤੀ ਕਰਮ ਦੀ ਉਸ ਡਗਰ ਤੇ ਪੈਣਾ ਆ ਦੋ ਇੰਡੀਵਿਜੂਅਲਸ ਨੇ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਜਿਹੜਾ ਕੋਈ ਖਾਸ ਕਿਸਮ ਦੀ ਬਾਣੀ, ਕੋਈ ਖਾਸ ਬ੍ਰਹਮਾ ਦਾ ਵੇਦ, ਕੋਈ ਖਾਸ ਸਪੈਸੀਫਿਕਲੀ ਧਰਮ ਦੀਆਂ ਟ੍ਰੈਡੀਸ਼ਨਸ ਜਾਂ ਉਹਨਾਂ ਨੂੰ ਪਾਲ ਕੇ ਗ੍ਰਸਤ ਰਾਹ ਤੇ ਤੁਰਾਂਗੇ ਤਾਂ ਹੀ ਗ੍ਰਸਤ ਰਾਹ ਜਿਹੜਾ ਹੈਗਾ ਉਹ ਜ਼ਿਆਦਾ ਕਾਮਯਾਬ ਹੋਏਗਾ। ਸਾਹਿਬ ਕਹਿੰਦੇ ਸਾਰੇ ਦੇ ਵਿੱਚ ਇੱਕ ਹੀ ਧਰਮ ਹੈ। ਉਹ ਪਤਾ ਕੀ ਹੈ? ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ। ਕਿਹੜਾ ਧਰਮ ਹੈ ਜੀ? ਉਹ ਪਾਪ ਤਜਾਇਆ ਬਲਰਾਮ ਜੀਓ, ਪਾਪ ਤਜਾਇਆ। ਬੱਚੇ ਨੂੰ ਤਾਂ ਉਮਰ ਲਗਾਉਂਦਿਆਂ ਇਹ ਦੱਸਿਆ ਜਾਂਦਾ ਛੋਟੇ ਹੁੰਦੇ ਤੋਂ ਕੀ ਕਰਨ ਯੋਗ ਹੈ, ਕੀ ਨਹੀਂ ਕਰਨ ਯੋਗ,
ਕਿਹੜਾ ਕਰਨਾ ਜਾਂ ਕਿਹੜਾ ਨਹੀਂ ਕਰਨਾ, ਕਿਹੜੇ ਕੰਮ ਨੂੰ ਕਰਨਾ ਚਾਹੀਦਾ, ਕਿਹੜੇ ਨੂੰ ਨਹੀਂ ਕਰਨਾ ਚਾਹੀਦਾ। ਜਿੱਥੇ ਪ੍ਰਵਿਰਤੀ ਰਾਹ ਦੇ ਉੱਤੇ ਇੱਕ ਮੈਰਿਡ ਲਾਈਫ ਨੂੰ ਜੁਆਇਨ ਕਰਨ ਵਾਸਤੇ ਇੰਡੀਵਿਜੂਅਲ ਜਾ ਰਿਹਾ ਹੈ, ਜਿਹਨੂੰ ਅਜੇ ਵੀ ਨਹੀਂ ਪਤਾ what is appropriate and what is not appropriate or inappropriate, what to do and what not to do, ਉਹਨੂੰ ਇਹ ਵੀ ਨਹੀਂ ਪਤਾ ਆ ਕਰਨ ਯੋਗ ਜਾਂ ਨਹੀਂ ਕਰਨ ਯੋਗ। ਭਾਈ ਕਿਹਦੀ ਕਾਹਦੀ ਪ੍ਰਵਿਰਤੀ ਸੰਭਾਲੇਗਾ? ਜਿਹੜਾ ਨਹੀਂ ਕਰਨ ਯੋਗ ਉਹ ਹੈ ਪਾਪ। ਮੈਂ ਫਿਰ ਸੌਰੀ ਟੂ ਸੇ ਪ੍ਰੀ ਮੈਰਿਟਲ ਕਾਉਂਸਲਿੰਗ ਦੇ ਵਿੱਚੋਂ ਫਿਰ ਬਾਤ ਕਰਦਾ। ਲਿਟਰਲੀ ਤੌਰ ਤੇ ਹੈਵ ਆਸਕਡ ਸੋ ਮੈਨੀ ਟਾਈਮ, ਜਾਂ ਇਹਨੂੰ ਹੋਰ ਇਸ ਤਰ੍ਹਾਂ ਬਿਆਨ ਕਰਦਾ ਮੈਂ ਕਿ ਮੈਨੂੰ ਇਸ ਸ਼ਹਿਰ ਵਿੱਚ ਰਹਿੰਦਿਆਂ ਕਾਫੀ ਸਾਲ ਹੋ ਗਏ। ਲਿਟਰਲੀ ਤੌਰ ਤੇ ਮੈਂ ਅਜੇ ਤੱਕ ਵੀ ਕੁਝ ਕਈ ਵਾਰ ਕਾਲਾਂ ਰਿਸੀਵ ਕਰਦਾ ਇਸ ਕਿਸਮ ਦੀਆਂ। ਕਈ ਵਾਰੀ ਕੋਈ ਸੱਜਣ ਕਾਲ ਕਰਦੇ, ਭਾਈ ਸਾਹਿਬ ਜੀ ਤੁਹਾਨੂੰ ਇੱਕ ਸਵਾਲ ਹੈ ਛੋਟਾ ਜਿਹਾ। ਜੀ ਦੱਸੋ। ਸਵਾਲ ਇਹ ਹੈ ਕਿ ਨਾ ਸਾਡੀ ਕਿਚਨ ਦੇ ਵਿੱਚ ਕਾਕਰੋਚ ਬਹੁਤ ਹੋ ਗਏ ਨੇ। ਭਾਈ ਆਮ ਸੌਰੀ, ਮੈਂ ਤੇ ਕੋਈ ਪੈਸਟ ਕੰਟਰੋਲ ਦਾ ਬਿਜ਼ਨਸ ਨਹੀਂ ਕਰਦਾ। I cannot help you in that. No. We know that. You don't do pest controlling at all. But the reason is, we're calling you because we want to know. ਜੇ ਆਪਾਂ ਕੋਈ ਉੱਥੇ ਕੋਈ ਦਵਾਈ ਪਵਾ ਦਿਆਂਗੇ, ਕੋਈ ਪੈਸਟੀਸਾਈਡਸ ਵਗੈਰਾ ਯੂਜ਼ ਕੀਤਾ ਜਾਏਗਾ, ਉਸ ਕਿਸਮ ਕੋਈ ਦਵਾਈ ਪਾਤੀ ਜਾਏਗੀ, ਕੋਈ ਪੈਸਟ ਕੰਟਰੋਲ ਸਿਸਟਮ ਲਗਾਤਾ ਜਾਏਗਾ, ਕਾਕਰੋਚ ਤੇ ਮਰ ਜਾਣਗੇ, ਪਾਪ ਤੇ ਨਹੀਂ ਲੱਗੇਗਾ। ਲੋਕਾਂ ਨੂੰ ਕਾਕਰੋਚ ਮਾਰਨ ਤੇ ਪਾਪ ਲੱਗਣ ਦਾ ਬੜਾ ਡਰ ਆ। ਜਾਂ ਹੋਰ ਲੈ ਲਓ, ਕਈ ਵਾਰ ਮੈਂ ਕਹਾਂਗਾ ਕਿ ਚੂਹੇ ਮਾਰਨ ਦਾ ਜਾਂ ਕੋਈ ਕੀੜੀ ਨਾ ਮਰ ਜੇ, ਕੋਈ ਇਹੋ ਜਿਹੇ ਪਾਪ। ਮੈਂ ਕਹਿੰਦਾ ਹੁੰਦਾ ਤੁਹਾਨੂੰ ਕਾਕਰੋਚ ਮਰ ਜਾਣ ਦਾ ਬੜਾ ਡਰ ਲੱਗਦਾ ਹੈ, ਤੁਸੀਂ ਚੂਹੇ ਮਰ ਜਾਣ ਤੋਂ ਬੜਾ ਪਾਪ ਮੰਨਦੇ ਹੋ। ਜਦੋਂ ਤੁਸੀਂ ਇੱਕ ਸਾਲਮ ਬੰਦਾ ਮਾਰਦੇ ਹੋ ਤੇ ਬੰਦੇ ਨੂੰ ਜਿਉਂਦਿਆਂ ਮਾਰਦੇ ਹੋ, ਕਿ what are the biggest sin in a married life? Disloyalty, disrespectful behavior toward each other. ਇਹ ਪਾਪ ਹੈ। ਕੀ ਕਰਨ ਯੋਗ ਹੈ, ਕੀ ਨਹੀਂ ਕਰਨ ਯੋਗ, ਇਹ ਤੈਅ ਹੋਏ। ਇਹ ਹੈ ਜਿਸ ਦਿਨ ਪ੍ਰਵਿਰਤੀ ਰਾਹ ਤੇ ਤੁਰੇ ਆ, ਤਨ ਮਨ ਧਨ ਕਰਕੇ ਇੱਕ ਦੂਜੇ ਦੀ ਬਾਂਹ ਫੜੀ, ਹੱਥ ਫੜਿਆ, ਰਿਹਾ ਪਰਤਰੀਆ ਰੂਪ ਨਾ ਪੇਖੈ ਨੇਤਰ। ਇਹ ਕਲੀਅਰ ਹੋ ਜਾਏ, ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਹੋਰ ਦੀ ਝਾਕ ਮੁੱਕ ਜਾਂਦੀ ਹੈ। ਫਿਰ ਇਹ ਧਰਮ ਆ, ਪਹਿਲਾ ਧਰਮ, ਬੇਸਿਕ ਧਰਮ ਆ। ਜੇ ਇਹ ਚੀਜ਼ ਦੀ ਸਮਝ ਨਹੀਂ ਹੈ, ਗ੍ਰਸਤ ਜੀਵਨ ਨਰਕ ਬਣ ਜਾਏਗਾ। ਜਿਹਨੂੰ ਸਾਹਿਬ ਨੇ ਬਾਣੀ ਚ ਇਸ ਤਰ੍ਹਾਂ ਬਿਆਨ ਕੀਤਾ ਸੀਗਾ, ਸਾਹਿਬ ਕਹਿੰਦੇ ਕਿ ਜਿਹੜਾ ਜੈਸਾ ਸੰਗ ਬਿਸਿਰ ਸਿਉ ਤੈਸਾ ਹੀ ਇਹ ਪਰਗ੍ਰਹਿ। ਐਸਾ ਬੰਦਾ ਸੱਪ ਦੇ ਨਾਲ ਸੋ ਗਿਆ, ਸੱਪ ਦੀ ਸੇਜਾ ਤੇ ਚਲਾ ਗਿਆ, ਸੱਪ ਦੇ ਨਾਲ ਜਿਹੜਾ ਹੈਗਾ ਉਹਨੂੰ ਰਹਿਣਾ ਪੈ ਗਿਆ, ਐਸਾ ਹੀ ਪਰਗ੍ਰਹਿ। ਡਿਸਲੋਇਲਟੀ ਸੇਮ। ਇਹ ਜਿਹੜੀ ਚੀਜ਼ ਆ ਗ੍ਰਸਤ ਜੀਵਨ, ਇਹ ਬੇਸ ਆ ਇਹਦਾ। ਫਿਰ ਇਕੱਲਾ ਇਹ ਹੀ ਨਹੀਂ, ਇਸ ਤੇ ਨੈਕਸਟ ਲੈਵਲ ਆ ਰਿਸਪੈਕਟ ਕਰਨੀ। ਮੈਂ ਕੱਲ ਹੀ ਬਾਤ ਕੀਤੀ ਸੀਗੀ, I love you and you love me and we're gonna have a relationship and we're gonna married and everything is fine. No, not only ਇਹਦੇ ਨਾਲ ਚੀਜ਼ਾਂ ਨਹੀਂ ਹੁੰਦੀਆਂ। ਜਿਹੜੀ ਬਾਤ ਆ ਦੂਜੇ ਨੂੰ ਐਜ਼ ਏ ਹੋਲ ਪਰਸਨ ਐਕਸੈਪਟ ਕਰਨਾ ਹੈ। ਦੂਜਾ ਤੁਹਾਨੂੰ ਐਜ਼ ਏ ਹੋਲ, ਤੁਹਾਡਾ ਪਰਸੋਨਾ ਉਹ ਐਕਸੈਪਟ ਕਰਨ ਲਈ ਰੈਡੀ ਹੈ। ਕੀ ਚੀਜ਼ ਹੈ? ਜਿੱਥੇ ਦੂਜੇ ਨੇ ਕੋਈ ਓਪੀਨੀਅਨ ਰੱਖਿਆ ਆਪਣਾ, ਐਂਡ ਯੂ ਆਰ ਸੇਇੰਗ ਨੋ ਦਿਸ ਇਜ਼ ਅਫੈਂਡਡ, ਯੂ ਕੈਨ ਨੋਟ ਹੈਵ ਐਨੀ ਓਪੀਨੀਅਨ। ਦੂਜੇ ਨੇ ਆਪਣੀ ਕੋਈ ਵਿਸ਼ ਰੱਖੀ, ਨੋ ਆਈ ਕੈਨ ਨੋਟ ਸਪੋਰਟ ਯੂਰ ਵਿਸ਼ ਬਿਕੋਜ਼ ਇਹ ਤੇ ਹੈ ਹੀ ਨਹੀਂ। ਫਿਰ ਰਿਸ਼ਤਾ ਕਾਹਦਾ ਆ? ਫਿਰ ਤੇ ਪਾਪ ਆ ਇੱਕ ਦੂਜੇ ਨੂੰ ਤੰਗ ਕਰਨ ਦੀ। ਇੱਕ ਗੌਰਮੈਂਟ ਵੱਲੋਂ ਪੇਡ ਜੌਬ ਜਾਂ ਨੋਨ ਪੇਡ ਜੌਬ ਜਿਹੜੀ ਉਹ ਮਿਲ ਗਈ, ਲਾਇਸੈਂਸਡ, ਦੁਖੀ ਕਰਨਾ ਇੱਕ ਦੂਜੇ ਨੂੰ ਜਿੰਨਾ ਹੋ ਸਕੇ ਤੇ ਉਹ ਦਰਦ ਪਹੁੰਚਾਉਣਾ ਆ। ਇਹ ਫਿਰ ਪਾਪ ਹੈ।
ਇਹਦੇ ਫਿਰ ਇਸ ਭਾਵ ਦੇ ਵਿੱਚ ਫਿਰ ਭੁਗਤੇ ਹੁੰਦੇ ਨੇ। ਉਹ ਦੋ ਇੰਡੀਵਿਜੂਅਲ ਤੇ ਹੈ ਹੀ ਨੇ, ਫਿਰ ਅੱਗੇ ਬੱਚੇ ਨੇ, ਫਿਰ ਪੂਰਾ ਐਕਸਟੈਂਡਡ ਫੈਮਿਲੀ ਹੈ, ਫਿਰ ਸਾਰਾ ਕੁਛ ਹੀ ਹੈ। ਫਿਰ ਸਾਰੇ ਦੇ ਵਿੱਚੋਂ ਲੋਕੀ ਕਹਿੰਦੇ ਵੀ ਇਹੋ ਜਿਹੇ ਕੰਮ ਤੋਂ ਰੱਬ ਬਚਾਏ, ਲੈਟਸ ਗੋ ਅਵੇ ਫਰੋਮ ਇਟ। ਇੱਥੋਂ ਫਿਰ ਰਾਜ ਜੋਗੀ ਭਰਥਰੀ ਪੈਦਾ ਹੁੰਦਾ। ਉਹ ਕਹਿੰਦਾ ਜੇ ਮੁਕਤੀ ਲੈਣੀ ਹੈ, if you really want to enjoy any salvation, very first step is renounce this married life, because the gateway of married life is the gateway of hell. ਸਾਡੇ ਪੰਜਾਬੀ ਫੋਕ ਵਿੱਚ ਬਹੁਤ ਕੁਝ ਪਿਆ ਆ, ਜਿੱਥੇ ਦੋ ਜੀਆਂ ਦਾ ਜੋੜ ਨਹੀਂ ਉੱਥੇ ਹੋਰ ਨਰਕ ਦੀ ਲੋੜ ਨਹੀਂ। That's enough. ਜਿੱਥੇ ਇਹ ਚੀਜ਼ ਆ ਗਈ ਨਾ, ਫਿਰ ਨਰਕ ਹੋਰ ਹੁੰਦਾ ਕਿ ਨਰਕ ਇਹੀ ਹੁੰਦਾ, ਕਿਉਂਕਿ ਦੋ ਇੰਡੀਵਿਜੂਅਲਸ ਇੱਕ ਛੱਤ ਹੇਠ ਰਹਿਣਾ, ਇੱਕ ਦਾ ਮੂੰਹ ਪੂਰਬ ਨੂੰ, ਦੂਜੇ ਦਾ ਪੱਛਮ ਨੂੰ ਹੈ। ਐਫਰਟ ਸਾਰੀ ਇਹ ਹੈ ਇੱਕ ਦੂਜੇ ਨੂੰ ਨੀਵਾਂ ਵਿਖਾਉਣਾ, ਐਫਰਟ ਸਾਰੀ ਇਹ ਹੈ ਇੱਕ ਦੂਜੇ ਤੋਂ ਚੀਜ਼ਾਂ ਲੁਕਾਉਣੀਆਂ ਨੇ, ਐਫਰਟ ਸਾਰੀ ਇਹ ਹੈ ਬਸ ਆਪਣੇ ਆਪ ਨੂੰ ਇਹ ਤੋਂ ਬਚਾਉਣਾ ਤੇ ਇਹ ਮੇਰੇ ਤੋਂ ਨਾ ਵੱਜੇ, ਇਹਦਾ ਧਿਆਨ ਰੱਖਣਾ। ਬਸ ਇਸੇ ਕਸ਼ਮਕਸ਼ ਦੇ ਵਿੱਚ ਜਿਹੜਾ ਅੱਜ ਪੈਰੈਂਟਿੰਗ ਮਾਡਲ ਫੇਲ ਹੋਇਆ ਨਾ, ਇਹਦਾ ਵੱਡਾ ਰੀਜ਼ਨ ਇਹ ਹੈ, ਬਿਕੋਜ਼ ਟੂ ਇੰਡੀਵਿਜੂਅਲਸ are failed as a couple. Once they're failed as a couple, then definitely what are you looking? Can you actually imagine what kind of parenting might have happened over there? ਇੱਥੇ ਬਾਬਾ ਜੀ ਨੇ ਬਿਆਨ ਕੀਤਾ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ। ਇੱਥੇ ਇੱਕ ਧਰਮ ਦ੍ਰਿੜ ਕਰਨਾ, ਪਾਪ ਤਜਾਇਆ, ਇਹਦਾ ਤਿਆਗ ਹੀ ਕਰਤਾ, ਇਹ ਤੇ ਹੈ ਹੀ ਨਹੀਂ, ਇਹ ਤੇ ਬਿਰਤੀ ਅੰਦਰੋਂ ਬਿਲਕੁਲ ਕੱਢ ਦਿੱਤੀ ਬਾਹਰ। ਫਿਰ ਕਿਆ, ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮਰਿਤ ਨਾਮ ਦ੍ਰਿੜਾਇਆ। ਸਿਮਰਿਤ, ਸਿਮ੍ਰਿਤੀ ਇੱਕ ਭਾਰਤੀ ਖਿੱਤੇ ਦਾ ਸ਼ਾਸਤਰ ਹੈ, ਅਸਲ ਵਿੱਚ ਵੈਦਿਕ ਫਲਸਫੇ ਦਾ ਨਿਚੋੜ ਹੈ ਸਾਰਾ। ਇਹ ਕਹਿੰਦੇ ਨੇ ਕਿ ਵੇਦਾਂ ਦੀ ਪੁੱਤਰੀ ਹੋ, ਉਹਦੇ ਵਿੱਚੋਂ ਹੀ ਵਰਨਾਸ਼ਰਮ ਨਿਕਲਿਆ, ਸਭ ਚੀਜ਼ਾਂ ਨਿਕਲੀਆਂ ਨੇ, ਇੱਕ ਸੋਸ਼ਲ ਸਟਰਕਚਰ ਨਿਕਲਿਆ ਪੂਰਾ ਦਾ ਪੂਰਾ। ਉਹਦੇ ਵਿੱਚੋਂ ਹੀ ਧਰਮ ਦੀ ਡਿਫਰੈਂਟ ਜਿਹੜੀਆਂ ਨੇ ਜੀਵਨ ਲਾਈਫ ਦੀਆਂ ਡਿਊਟੀਜ਼, ਉਹ ਬੜਾ ਕੁਝ ਐਕਸਪਲੇਨ ਕੀਤਾ ਉਹਦੇ ਵਿੱਚ। ਅਤੇ ਲੋਕਾਂ ਨੇ ਕਿਹਾ ਕਿ ਹਾਂ ਜਿਹੜਾ ਬੰਦਾ ਜਿੰਨੀ ਮਰਿਆਦਾ ਨੂੰ ਫੋਲੋ ਕਰੇਗਾ ਓਨਾ ਵਧੀਆ ਕਾਮਯਾਬ ਰਹੇਗਾ, ਅਤੇ ਮਰਿਆਦਾ ਲਈ ਸ਼ਾਸਤਰ ਇਸ ਤੋਂ ਵਧੀਆ ਸ਼ਾਸਤਰ ਕੋਈ ਨਹੀਂ ਹੈਗਾ। ਗੁਰੂ ਰਾਮਦਾਸ ਸਾਹਿਬ ਨੇ ਜਿਹੜੀ ਇੱਥੇ ਬਾਤ ਕੀਤੀ, ਸਾਹਿਬ ਕਹਿੰਦੇ ਅਸਲ ਵਿੱਚ ਜਿਹੜਾ ਸ਼ਾਸਤਰ ਹੈ ਧਰਤੀ ਦੇ ਉੱਤੇ ਜਿਹੜਾ ਸਭ ਤੋਂ ਵੱਧ ਫੋਲੋ ਕਰਨਾ ਚਾਹੀਦਾ ਹੋਰ ਕੁਝ ਨਹੀਂ, ਨਾਮ ਹੈ। ਨਾਮ ਦ੍ਰਿੜਾਇਆ, ਅਤੇ ਨਾਮ ਦਾ ਮਤਲਬ ਪਤਾ ਕੀ ਹੈ? ਇੱਥੇ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਦਾ ਅਹਿਸਾਸ ਹੋਣਾ, ਰੱਬ ਨੂੰ ਹਾਜ਼ਰ ਨਾਜ਼ਰ ਜਾਣਨਾ। ਇਹ ਦੂਜੀ ਲਾਮ ਵਿੱਚ ਬਹੁਤ ਡਿਟੇਲ 'ਚ ਐਕਸਪਲੇਨ ਹੋਏਗਾ ਇਹਦੇ ਬਾਰੇ। ਜਿੰਨੇ ਨਾਮ ਦ੍ਰਿੜ ਕਰ ਲਿਆ, ਵਿਆਹ ਦਾ ਮਾਇਨਾ ਕੀ? ਫਿਰ ਦੇਖੋ, ਮੈਂ ਆਪਣੇ ਲਿਟਰੇਚਰ 'ਚੋਂ ਬਿਆਨ ਕਰਦਾ, ਦੋ ਇੰਡੀਵਿਜੂਅਲਸ ਆ ਰਹੇ ਨੇ ਵਿਆਹ ਕਰਾਉਣ ਵਾਸਤੇ, ਉਹ ਬੈਠ ਰਹੇ ਨੇ ਗੁਰੂ ਮਹਾਰਾਜ ਦੇ ਅੱਗੇ। ਹਾਲਾਂਕਿ ਬੈਠਣਾ ਵੀ ਨਹੀਂ ਹੈਗਾ, ਉੱਤੇ ਖੜੇ ਹੋਣਾ ਹੁੰਦਾ, ਕਿਉਂਕਿ ਗੁਰੂ ਕੇ ਹੁਕਮ ਨੂੰ ਮੰਨਣਾ ਤੁਸੀਂ। ਸੋ ਹੁਕਮ ਦਾ ਮਤਲਬ ਇਹ ਹੈ ਕਿ ਤੁਸੀਂ ਉੱਥੇ ਮੱਥਾ ਟੇਕ ਕੇ ਖੜੇ ਹੋ ਕੇ, ਹੱਥ ਬੰਨ੍ਹ ਕੇ, ਪੱਲਾ ਗਲ ਪਾ ਕੇ ਤੁਸੀਂ ਹੁਕਮ ਉਸ ਰੂਪ ਵਿੱਚ ਐਕਸੈਪਟ ਕਰਨਾ। ਫਿਰ ਚਲੋ, ਕਿਉਂਕਿ ਲਗਾਤਾਰ ਰਵਾਇਤ ਬਹਿ ਕੇ ਚੱਲਦੀ ਹੈ, ਲੋਕ ਮੋਸਟਲੀ ਬਹਿ ਕੇ ਕਰਦੇ, ਜਿੱਥੇ ਬਾਕੀ ਸਾਰੀ ਮਰਿਆਦਾ ਨੂੰ ਕੋਈ ਫੋਲੋ ਨਹੀਂ ਕਰਦਾ, ਇਹ ਵੀ ਨਹੀਂ ਕਰੇਗਾ, ਕੀ ਫਰਕ ਪੈ ਜਾਏਗਾ, ਇਹੀ ਸੋਚਿਆ ਜਾਂਦਾ ਹੈ। ਪਰ ਉਹਦੇ 'ਚ ਹੁੰਦਾ ਇਹ ਹੈ ਕਿ ਜੋ ਇੰਡੀਵਿਜੂਅਲ ਦੋ ਜਾ ਰਹੇ ਨੇ, ਉਹਨਾਂ ਨੂੰ ਆਲੇ ਦੁਆਲੇ ਦੱਸ ਰਿਹਾ ਹੁੰਦਾ ਹੈ ਕਿਉਂਕਿ ਜਦੋਂ ਐਵੇਂ ਬਾਬਾ ਜੀ ਇਸ਼ਾਰਾ ਕਰਨਗੇ ਉਦੋਂ ਖੜਾ ਹੋ ਜਾਈਂ, ਜਦੋਂ ਬਾਬਾ ਜੀ ਕਹਿਣਗੇ ਬਹਿ ਜਾਈਂ, ਜਦੋਂ ਉਹਨਾਂ ਨੂੰ ਕੀ ਮਤਲਬ ਕੀ ਆ, ਕੀ ਹੋ ਰਿਹਾ, ਕੀ ਬੋਲਿਆ ਜਾ ਰਿਹਾ ਅਤੇ ਕੀ ਪੜ੍ਹਿਆ ਜਾ ਰਿਹਾ। ਹਾਲਾਂਕਿ ਟ੍ਰੈਡੀਸ਼ਨਲ ਵੇ ਇਹ ਹੈਗਾ ਕਿ ਜੋ ਦੋ ਇੰਡੀਵਿਜੂਅਲ ਵਿਆਹ ਕਰਾ ਰਹੇ ਨੇ ਅਤੇ ਸਾਰੀ ਸੰਗਤ ਉਹ ਇੱਕ ਵਾਰ ਪਾਠੀ ਸਾਹਿਬਾਨ ਪੜ੍ਹਦੇ, ਉਹ ਹੁਕਮ ਹੈ। ਉਦੋਂ ਪੜ੍ਹਿਆ, ਉਦੋਂ ਉਹਨਾਂ ਨੇ ਇਕੱਲਿਆਂ ਨੇ ਪੜ੍ਹਿਆ, ਕਿਉਂਕਿ ਗੁਰ ਰਸਨਾ ਅੰਮ੍ਰਿਤ ਬੋਲਦੀ, ਉਹ ਗੁਰੂ ਕੀ ਰਸਨਾ ਅੰਮ੍ਰਿਤ ਦੇ ਰਹੀ ਉਸ ਰੂਪ ਵਿੱਚ। ਉਹ ਦੋ ਇੰਡੀਵਿਜੂਅਲਸ ਨੂੰ ਐਕਸੈਪਟ ਕਰ ਰਿਹਾ ਐਜ਼ ਇਟ ਇਜ਼। ਉਸ ਤੋਂ ਬਾਅਦ ਉਹ ਮੱਥਾ ਟੇਕਦੇ, ਦੇ ਬਾਓ ਦੇਅਰ ਹੈਡ ਇਨ ਫਰੰਟ ਆਫ ਬਾਬਾ ਜੀ। ਬਾਬਾ ਜੀ ਥੈਂਕ ਯੂ, ਵੀ ਐਕਸੈਪਟ ਇਟ, ਅਸੀਂ ਓਥ ਲੈ ਲਈਏ, ਅਸੀਂ ਇਸ ਦੇ ਉੱਤੇ ਪਹਿਰਾ ਦਿਆਂਗੇ। ਦੈਨ ਦੇ ਸਟਾਰਟ ਵਾਕਿੰਗ ਅਰਾਊਂਡ ਗੁਰੂ ਗ੍ਰੰਥ ਸਾਹਿਬ ਮਹਾਰਾਜ। ਉਸ ਸਮੇਂ
ਰਾਗੀ ਸਾਹਿਬਾਨ ਇੱਥੇ ਗਾਉਂਦੇ ਟ੍ਰੈਡੀਸ਼ਨਲ ਵੇ ਨਾਲ, ਪੂਰੀ ਸੰਗਤ ਗਾਉਂਦੀ, ਇਕੱਲੀ ਸੰਗਤ ਨਹੀਂ ਗਾਉਂਦੀ, ਉਹ ਦੋ ਇੰਡੀਵਿਜੂਅਲ ਵੀ ਪੜ੍ਹਦੇ ਨਾਲ ਗਾਉਂਦੇ। ਅਸੀਂ ਆ ਧਾਰਨ ਕੀਤਾ ਆ, ਜੇ ਗਾਉਣਾ ਨਹੀਂ ਆਉਂਦਾ ਐਟਲੀਸਟ ਸੁਣਦੇ ਐਜ਼ ਏ ਅਟੈਂਟਿਵ ਲਿਸਨਰ ਓਵਰ ਦੇਅਰ। ਤੁਸੀਂ ਦੇਖੋ ਕੀ ਹੁੰਦਾ ਉੱਥੇ। ਉੱਥੇ ਕਈ ਵਾਰ ਤੇ ਹੀ ਨਹੀਂ ਪਤਾ ਹੁੰਦਾ ਕਿ ਦੋਨੋਂ ਜਿਹੜੇ ਉੱਠੇ ਮੱਥਾ ਟੇਕ ਕੇ ਤੁਰਨ ਲੱਗੇ, ਜਿੱਧਰ ਨੂੰ ਤੁਰਨਾ ਕਲੌਕਵਾਈਜ਼ ਤੁਰਨਾ ਹੁੰਦਾ ਨਾ, ਉਹ ਐਂਟੀ ਕਲੌਕਵਾਈਜ਼ ਤੁਰਨਾ ਸ਼ੁਰੂ ਕਰਦਾ ਕਿ ਦੇਰ ਸੋ ਮੈਨੀ, ਤੁਸੀਂ ਸਟੋਰੀਜ਼ ਤੋਂ ਸਟੋਰੀ ਪੜ੍ਹਦੇ ਸਭ ਚੀਜ਼ਾਂ। ਗੁਰੂ ਬਾਬਾ ਜੀ ਤੇ ਬਾਤ ਕਰਦੇ, ਨਾਮ ਦ੍ਰਿੜਾਇਆ, ਜਿਹਨੂੰ ਪਤਾ ਹੋਏ ਜੋ ਮੈਂ ਪੜ੍ਹ ਤੇ ਗਾ ਤੇ ਸੁਣ ਰਿਹਾ ਇਹ ਨਾਮ ਆ, ਇਹ ਮੈਨੂੰ ਕੋਈ ਹਾਇਰ ਲੈਵਲ ਦੀ ਗੱਲ ਮੇਰਾ ਗੁਰੂ ਬਾਬਾ ਦੱਸ ਰਿਹਾ ਹੈ, ਜਿਸ ਨੂੰ ਮੈਂ ਸਮਝਦਿਆਂ ਤੇ ਅਪਣਾਉਂਦਿਆਂ ਹੋਇਆਂ ਇਸ ਗ੍ਰਸਤ ਜੀਵਨ ਨੂੰ ਜਿਹੜਾ ਪ੍ਰਵਿਰਤ ਹੋਣਾ ਆ। ਸਮਾਂ ਸਮਾਪਤ ਹੈ ਮੇਰਾ, ਇੱਥੋਂ ਹੀ ਆਉਂਦੇ ਕੱਲ੍ਹ ਬਾਤ ਸ਼ੁਰੂ ਕਰਾਂਗਾ। ਅੱਜ ਵਾਸਤੇ ਇੰਨੀਆਂ ਹੀ ਬਿਨਤੀਆਂ ਪ੍ਰਵਾਨ ਕਰ ਲੈਣੀਆਂ। ਨਾਲ ਹੀ ਜੋ ਕਿਰਸਾਨੀ ਮੁਹਾਜ ਨਾਲ ਜੁੜੇ ਹੋਏ ਲੋਕ, ਇੱਕ ਵੱਡਾ ਹਿੱਸਾ ਸਟਰਗਲ ਕਰ ਰਿਹਾ ਉੱਥੇ, ਉਹਨਾਂ ਦੀ ਸਫਲਤਾ ਦੀ ਸੀ ਅਰਦਾਸ ਕਰ ਰਹੇ ਹਾਂ ਪਹਿਲੇ ਦਿਨ ਤੋਂ। ਦੁਆ ਹੈ ਮਾਲਕ ਚੜ੍ਹਦੀ ਕਲਾ ਦੇਵੇ, ਜੋ ਮਕਸਦ ਚ ਨੂੰ ਕਾਮਯਾਬੀ ਮਿਲੇ। ਇੱਥੇ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।